ਹਾਈ एवरीवन आई ਵੈਲਕਮ एवरीवन टू दिस वीडियो। ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਡੀਲ ਕਰਨ ਜਾ ਰਹੇ ਹਾਂ ਮੈਜ਼ਰਸ ਆਫ ਸੈਂਟਰਲ ਟੈਂਡੈਂਸੀ ਦੇ ਨਾਲ। ਸਭ ਤੋਂ ਪਹਿਲਾਂ ਸਾਨੂੰ ਸਮਝਣਾ ਹੋਏਗਾ ਕਿ ਮੈਜ਼ਰ ਆਫ ਸੈਂਟਰਲ ਟੈਂਡੈਂਸੀ ਯਾਨੀ ਕਿ ਕੇਂਦਰੀ ਪ੍ਰਵਿਰਤੀ ਦੇ ਮਾਪ ਕੀ ਹੁੰਦੇ ਨੇ। ਆਪਾਂ ਇੱਕ ਐਗਜ਼ਾਮਪਲ ਨਾਲ ਸਮਝਦੇ ਹਾਂ। ਫॉर एग्जाम्पल ऑफकोर्स ਆਪਾਂ ਬੀਐਡ ਕਰ ਰਹੇ ਹਾਂ ਤਾਂ ਆਪਾਂ ਉਸ ਪੁਆਇੰਟ ਆਫ ਵਿਊ ਤੋਂ ਹੀ ਹਰੇਕ ਚੀਜ਼ ਨੂੰ ਸਮਝਾਂਗੇ, ਠੀਕ ਹੈ। ਫॉर एग्जाम्पल ਇੱਕ ਆਪਣੇ ਕੋਲ ਸੈਕਸ਼ਨ ਏ ਹੈ ਤੇ ਦੂਸਰਾ ਆਪਣੇ ਕੋਲ ਕੀ ਹੈ, ਸੈਕਸ਼ਨ ਬੀ ਹੈ। ਸੈਕਸ਼ਨ ਏ ਦੇ ਵਿੱਚ ਵੀ ਫॉर एग्जाम्पल ਆਪਣੇ ਕੋਲ 50 ਸਟੂਡੈਂਟਸ ਨੇ ਔਰ ਸੈਕਸ਼ਨ ਬੀ ਦੇ ਵਿੱਚ ਫॉर एग्जाम्पल ਆਪਣੇ ਕੋਲ 60 ਸਟੂਡੈਂਟਸ ਨੇ, ਠੀਕ ਹੈ ਜੀ। ਹੁਣ ਇਹਨਾਂ ਦੇ ਫॉर एग्जाम्पल एग्जाम ਵਗੈਰਾ ਹੋਏ ਤਾਂ ਹੁਣ ਇਹ ਬੱਚਿਆਂ ਦੇ ਵੀ ਕੋਈ ਨਾ ਕੋਈ ਨੰਬਰ ਆਏ ਹੋਣਗੇ ਤੇ ਸੈਕਸ਼ਨ ਬੀ ਦੇ ਬੱਚਿਆਂ ਦੇ ਵੀ ਕੋਈ ਨਾ ਕੋਈ ਨੰਬਰ ਆਏ ਹੋਣਗੇ, ਠੀਕ ਹੈ। ਹੁਣ ਫॉर एग्जाम्पल ਆਪਾਂ ਦੋਨਾਂ ਸੈਕਸ਼ਨਸ ਨੂੰ ਕੀ ਕਰਨਾ ਹੈ, ਕੰਪੇਅਰ ਕਰਨਾ ਹੈ ਕਿ ਕਿਹੜੀ ਸੈਕਸ਼ਨ ਦੀ ਅੱਛੀ ਪਰਫੋਰਮੈਂਸ ਹੈ ਜਾਂ ਕਿਹਨੂੰ ਇੰਪਰੂਵ ਕਰਨ ਦੀ ਜ਼ਰੂਰਤ ਹੈ, ਜਾਂ ਫॉर एग्जाम्पल ਟੀਚਰਸ ਨੂੰ ਹੀ ਜੱਜ ਕਰਨਾ ਉਹਨਾਂ ਦੇ ਟੀਚਿੰਗ ਮੈਥਡ ਵਗੈਰਾ ਨੂੰ। ਸੋ ਹੁਣ ਇਹ ਤਾਂ ਹੈ ਨਹੀਂ ਕਿ ਆਪਾਂ ਇੱਧਰੋਂ ਇੱਕ ਬੱਚੇ ਨੂੰ ਇਹ ਪਹਿਲਾਂ ਸਾਰੇ 60 ਨਾਲ ਕਰਾਂਗੇ ਫਿਰ ਦੂਜੇ ਨੂੰ ਸਾਰੇ ਨਾਲ ਕਰਾਂਗੇ। ਸੋ ਇਹ ਕੀ ਹੋ ਜਾਂਦਾ, ਕਾਫੀ ਚੀਜ਼ਾਂ ਟਫ ਹੋ ਜਾਂਦੀਆਂ ਨੇ ਔਰ ਇੱਦਾਂ ਕੋਈ ਸਿੱਟਾ ਨਿਕਲਦਾ ਵੀ ਨਹੀਂ ਹੈ। ਸੋ ਉਸ ਕੇਸ ਦੇ ਵਿੱਚ ਆਪਾਂ ਕੀ ਕਰਦੇ ਹਾਂ, ਬੇਸਿਕਲੀ ਇਹ ਪੂਰੀ ਕਲਾਸ ਦੇ ਵਿੱਚੋਂ ਆਪਾਂ ਕੋਈ ਅਗਰ ਫॉर एग्जाम्पल ਸੋਚ ਕੇ ਦੇਖੋ ਕਿ ਸੈਕਸ਼ਨ ਏ ਦੇ ਵਿੱਚੋਂ ਆਪਾਂ ਨੂੰ ਕੋਈ ਇੱਕ ਨੰਬਰ ਮਿਲ ਜੇ ਅਤੇ ਸੈਕਸ਼ਨ ਬੀ ਦੇ ਵਿੱਚੋਂ ਆਪਾਂ ਨੂੰ ਕੋਈ ਇੱਕ ਨੰਬਰ ਮਿਲ ਜੇ ਜਿਨ੍ਹਾਂ ਨੂੰ ਆਪਾਂ ਆਪਸ 'ਚ ਕੰਪੇਅਰ ਕਰ ਸਕੀਏ ਤਾਂ ਕਿੰਨਾ ਵਧੀਆ ਹੋਏਗਾ, ਕਿਉਂਕਿ ਇੱਕ ਨੰਬਰ ਕੰਪੇਅਰ ਕਰਨਾ ਤਾਂ ਬਹੁਤ ਈਜ਼ੀ ਹੈ, ਠੀਕ ਹੈ। ਸੋ ਇਹ ਜਿਹੜਾ ਨੰਬਰ ਆਪਣੇ ਕੋਲ ਆਉਂਦਾ ਇਹਨੂੰ ਹੀ ਆਪਾਂ ਸੈਂਟਰਲ ਟੈਂਡੈਂਸੀ ਬੋਲਦੇ ਹਾਂ। ਸੋ ਬੇਸਿਕਲੀ ਹੁੰਦਾ ਕੀ ਹੈ, ਆਪਾਂ ਆਪਣੇ ਕੋਲ ਜਿਹੜੇ ਇਹ 50 ਬੱਚਿਆਂ ਦੇ ਨੰਬਰ ਆਏ ਨੇ ਆਪਾਂ ਉਹਦਾ ਕੀ ਕਰਦੇ ਹਾਂ, ਉਹਦੀ ਸੈਂਟਰਲ ਟੈਂਡੈਂਸੀ ਕੱਢ ਲੈਂਦੇ ਹਾਂ ਅਤੇ ਦੂਸਰੀ ਕਲਾਸ ਦੇ ਬੱਚਿਆਂ ਦੀ ਵੀ ਆਪਾਂ ਸੈਂਟਰਲ ਟੈਂਡੈਂਸੀ ਕੱਢ ਲਾਂਗੇ ਔਰ ਉਸ ਤੋਂ ਬਾਅਦ ਆਪਾਂ ਉਹਨੂੰ ਈਜ਼ੀਲੀ ਕੰਪੇਅਰ ਕਰ ਦਾਂਗੇ। ਸੋ ਬੇਸਿਕਲੀ ਸੈਂਟਰਲ ਟੈਂਡੈਂਸੀ ਕੀ ਹੈ, ਇੱਕ ਸੈਂਟਰ ਵਾਲਾ ਨੰਬਰ ਹੈ ਜੋ ਸਾਰਿਆਂ ਨੂੰ ਹੀ ਕੀ ਕਰੇਗਾ, ਰਿਪਰੈਜ਼ੈਂਟ ਕਰੇਗਾ, ਠੀਕ ਹੈ ਜੀ। ਹੁਣ ਫॉर एग्जाम्पल ਇੱਕ ਪੂਰੀ ਦੀ ਪੂਰੀ ਕਲਾਸ ਹੈ, ਠੀਕ ਹੈ। ਪੂਰੀ ਦੀ ਪੂਰੀ ਕਲਾਸ ਦੇ ਆਪਣੇ ਕੁਝ ਵਿਊਜ਼ ਨੇ ਜਿਹੜੇ ਤੁਸੀਂ ਟੀਚਰ ਕੋਲ ਲੈ ਕੇ ਜਾਣੇ ਨੇ। ਹੁਣ ਜੇ ਪੂਰੇ ਦੇ ਪੂਰੇ 50 ਜਾਣੇ ਤੁਸੀਂ ਇੱਕ ਮਤਲਬ ਆਪਣੇ ਵਿਊ ਟੀਚਰ ਨੂੰ ਦੇਣ ਚਲੇ ਗਏ ਤਾਂ ਮਤਲਬ ਕੁਝ ਵੀ ਕਨਕਲੂਜਨ ਨਹੀਂ ਨਿਕਲੇਗਾ। ਲੇਕਿਨ ਉਹੀ ਜੇ ਤੁਸੀਂ ਸਾਰਿਆਂ ਨੇ ਆਪਸ 'ਚ ਗੱਲਬਾਤ ਕਰਕੇ ਕੋਈ ਇੱਕ ਜਣੇ ਨੂੰ ਮਤਲਬ ਉਹ ਕਰਤਾ ਕਿ ਠੀਕ ਹੈ ਆਹ ਸਾਡਾ ਫੈਸਲਾ ਹੈ ਤਾਂ ਤੁਸੀਂ ਜਾ ਕੇ ਅੱਗੇ ਕਨਵੇ ਕਰਿਆ ਤਾਂ ਉਹ ਚੀਜ਼ਾਂ ਉਸ ਤਰੀਕੇ ਨਾਲ ਬੈਨੀਫੀਸ਼ੀਅਲ ਹੋ ਜਾਂਦੀਆਂ ਨੇ, ਠੀਕ ਹੈ। ਸੋ ਇਸ ਤਰੀਕੇ ਨਾਲ ਬੇਸਿਕਲੀ ਇਹ ਹੁੰਦੀ ਹੈ ਸੈਂਟਰਲ ਟੈਂਡੈਂਸੀ। ਹੁਣ ਸਾਡੇ ਕੋਲ ਸੈਂਟਰਲ ਟੈਂਡੈਂਸੀ ਨੂੰ ਪਤਾ ਕਰਨ ਦੇ 3 ਤਰੀਕੇ ਹੁੰਦੇ ਨੇ, ਮੀਨ, ਮੀਡੀਅਨ ਅਤੇ ਮੋਡ। ਸਭ ਤੋਂ ਪਹਿਲਾਂ ਅੱਜ ਅਸੀਂ ਮੀਨ ਦੇ ਨਾਲ ਹੀ ਡੀਲ ਕਰਾਂਗੇ। ਮੀਨ ਨੂੰ ਪੰਜਾਬੀ ਦੇ ਵਿੱਚ ਮੱਧਮਾਨ ਬੋਲਦੇ ਹਾਂ। ਮੱਧਮਾਨ ਬੇਸਿਕਲੀ ਹੋਰ ਕੁਝ ਨਹੀਂ, ਐਵਰੇਜ ਹੀ ਹੁੰਦਾ, ਜਿਵੇਂ ਆਪਾਂ ਐਵਰੇਜ ਨਹੀਂ ਕੱਢ ਲੈਂਦੇ ਹੁੰਦੇ। ਲਾਈਕ ਫॉर एग्जाम्पल ਅਗਰ ਮੈਂ ਕਹਿ ਰਹੀ ਹਾਂ ਕਿ ਮੇਰੇ ਕੋਲ ਅਗਰ ਫॉर एग्जाम्पल ਮੈਂ ਕਹਿ ਰਹੀ ਹਾਂ ਕਿ ਆਹ ਏ ਸਟੂਡੈਂਟ ਹੈ, ਠੀਕ ਹੈ। ਇਹ ਵਾਲਾ ਜਿਹੜਾ ਸਟੂਡੈਂਟ ਹੈ ਇਹਨੇ ਕੋਈ ਟੈਸਟ ਦਿੱਤੇ। ਹੁਣ ਇੱਕ ਟੈਸਟ ਦੇ ਵਿੱਚੋਂ ਫॉर एग्जाम्पल ਇਹਦੇ 5 ਨੰਬਰ ਆ ਗਏ, ਠੀਕ ਹੈ। ਦੂਸਰੇ ਟੈਸਟ 'ਚੋਂ ਫॉर एग्जाम्पल ਇਹਦੇ ਨੰਬਰ ਆ ਜਾਂਦੇ ਨੇ 5 ਅਤੇ ਅਗਲੇ 'ਚੋਂ ਮੰਨ ਲਓ ਇਹਦੇ ਨੰਬਰ ਕਿੰਨੇ ਆ ਜਾਂਦੇ ਨੇ, 6 ਆ ਜਾਂਦੇ ਨੇ। ਹੁਣ ਆਪਾਂ ਨੂੰ ਫॉर एग्जाम्पल ਆਪਣੇ ਪ੍ਰਿੰਸੀਪਲ ਸਰ ਨੇ ਪੁੱਛ ਲਿਆ ਕਿ ਦੱਸੋ ਜੀ ਬੱਚੇ ਦੇ ਨੰਬਰ ਕਿੰਨੇ ਕੁ ਆ ਰਹੇ ਨੇ। ਹੁਣ ਸਰ ਨੂੰ ਇਹ ਥੋੜ੍ਹੀ ਦੱਸਾਂਗੇ ਜੀ ਇੱਕ ਟੈਸਟ 'ਚੋਂ 5 ਆਏ ਜੀ ਫਿਰ 5 ਆਏ ਜੀ 6 ਆਏ, ਨਹੀਂ। ਸੋ ਆਪਾਂ ਕੀ ਕਰਾਂਗੇ, ਇਹ ਬੱਚੇ ਦੇ ਮਾਰਕਸ ਦੀ ਕੀ ਕੱਢ ਲਾਂਗੇ, ਐਵਰੇਜ ਕੱਢ ਲਾਂਗੇ। ਐਵਰੇਜ ਕਿਵੇਂ ਨਿਕਲਦੀ ਹੁੰਦੀ ਹੈ, ਐਵਰੇਜ ਦਾ ਬੇਸਿਕਲੀ ਜੋ ਫਾਰਮੂਲਾ ਹੁੰਦਾ ਕਿ ਤੁਸੀਂ ਜਿੰਨੀਆਂ ਵੀ ਇਹ ਤੁਹਾਡੇ ਮਾਰਕਸ ਆਏ ਨੇ ਜਾਂ ਜਿੰਨੀਆਂ ਵੀ ਆਬਜ਼ਰਵੇਸ਼ਨ ਨੇ ਉਹਨਾਂ ਨੂੰ ਐਡ ਕਰ ਦਿਓ ਅਤੇ ਉਹਨੂੰ ਡਿਵਾਈਡ ਕਰ ਦਿਓ ਟੋਟਲ ਕਿੰਨੀਆਂ ਨੰਬਰ ਆਫ ਆਬਜ਼ਰਵੇਸ਼ਨਸ ਨੇ। ਫॉर एग्जाम्पल ਤੁਸੀਂ ਕੀ ਕਰੋ, ਇਹ ਆਬਜ਼ਰਵੇਸ਼ਨਸ ਨੂੰ ਕੀ ਕਰ ਦਿਓ, ਐਡ ਕਰ ਦਿਓ, ਉਹਦੇ ਅਪੋਨ 'ਚ ਲਿਖ ਦਿਓ ਕਿ ਟੋਟਲ ਕਿੰਨੀਆਂ ਨੇ, ਤਾਂ 1 2 3 ਤਾਂ ਟੋਟਲ ਕਿੰਨੀਆਂ ਆਬਜ਼ਰਵੇਸ਼ਨਸ ਨੇ, 3 ਨੇ। ਹੁਣ ਜਦੋਂ ਆਪਾਂ ਇਹਨੂੰ ਜੋੜਾਂਗੇ ਤਾਂ ਇਹ ਕੀ ਆ ਜਾਏਗਾ, 16/3 ਆ ਜਾਏਗਾ, ਠੀਕ ਹੈ। ਉਸ ਤੋਂ ਬਾਅਦ ਜਿਹੜਾ ਆਪਣਾ ਆਂਸਰ ਹੈ ਉਹ ਪੁਆਇੰਟਾਂ 'ਚ ਨਿਕਲੇਗਾ। ਆਪਾਂ ਉਸ ਹਿਸਾਬ ਨਾਲ ਆਂਸਰ ਕਰਕੇ ਦੇਵਾਂਗੇ, ਜਿਵੇਂ ਅਗਰ ਇਹ ਜਾਏਗਾ ਤਾਂ 5 ਪੁਆਇੰਟ ਸਮਥਿੰਗ ਜਾਏਗਾ। ਸੋ ਆਪਾਂ ਉਸ ਹਿਸਾਬ ਨਾਲ ਜਿਹੜਾ ਹੈਗਾ ਆਪਣੀ ਮਤਲਬ ਸਰ ਨੂੰ ਪੂਰੀ ਦੀ ਪੂਰੀ ਕੱਢ ਕੇ ਦੇ ਦਾਂਗੇ ਕਿ ਹਾਂਜੀ ਇਸ ਹਿਸਾਬ ਨਾਲ ਬੱਚੇ ਦੀ ਇੰਨੀ ਕੁ ਐਵਰੇਜ ਆ ਰਹੀ ਹੈ ਕਿ 5.5 to 6 ਦੀ ਰੇਂਜ ਦੇ ਵਿੱਚ ਜਿਹੜਾ ਬੱਚਾ ਹੈ ਉਹਦੀ ਪਰਫੋਰਮੈਂਸ ਚੱਲ ਰਹੀ ਹੈ। ਸੋ ਬੇਸਿਕਲੀ ਹੁਣ ਆਪਾਂ ਡੀਲ ਕਰਦੇ ਹਾਂ ਕਿ ਆਪਣੇ ਲੈਵਲ 'ਤੇ ਆਪਾਂ ਨੂੰ ਕਿਸ ਤਰੀਕੇ ਦੇ ਕੁਐਸਚਨਸ ਆਉਣਗੇ। ਅਗਰ ਆਪਾਂ ਮੀਨ ਦੀ ਗੱਲ ਕਰੀਏ ਤਾਂ ਆਪਣੇ ਕੋਲ 3 ਤਰੀਕੇ ਦੀਆਂ ਸੀਰੀਜ਼ ਹੁੰਦੀਆਂ ਨੇ। ਵੀ ਹੈਵ ਇੰਡੀਵਿਜੂਅਲ ਸੀਰੀਜ਼, ਵੀ ਹੈਵ ਡਿਸਕਰੀਟ ਸੀਰੀਜ਼ ਐਂਡ ਵੀ ਹੈਵ ਕੰਟੀਨਿਊਅਸ ਸੀਰੀਜ਼। ਇੰਡੀਵਿਜੂਅਲ ਸੀਰੀਜ਼ ਕਿਹੜੀ ਹੁੰਦੀ ਹੈ, ਜਿੱਥੇ ਆਪਾਂ ਨੂੰ ਸਿਰਫ ਬੱਚੇ ਦੇ ਇਕੱਲੇ ਸਕੋਰ ਵਗੈਰਾ ਹੀ ਦਿੱਤੇ ਹੁੰਦੇ, ਯਾਨੀ ਇਕੱਲੀ ਐਕਸ ਦੀ ਵੈਲਿਊ ਦਿੱਤੀ ਹੁੰਦੀ ਹੈ। ਡਿਸਕਰੀਟ ਸੀਰੀਜ਼ ਦੇ ਵਿੱਚ ਕੀ ਹੈ, ਆਪਾਂ ਨੂੰ ਮਾਰਕਸ ਦੇ ਨਾਲ ਨਾਲ ਫ੍ਰੀਕੁਐਂਸੀ ਵੀ ਦੇ ਦਿੱਤੀ ਜਾਂਦੀ ਹੈ। ਦੇਖੋ ਮੈਂ ਬਾਰ-ਬਾਰ ਮਾਰਕਸ ਇਸ ਲਈ ਬੋਲ ਰਹੀ ਹਾਂ ਬਿਕੋਜ਼ ਆਪਾਂ ਨਾ ਵੁੱਡ ਬੀ ਟੀਚਰਸ ਹਾਂ ਔਰ ਆਪਾਂ ਨੂੰ ਸਿਲੇਬਸ 'ਚ ਹੈਗਾ ਹੀ ਇਸ ਲਈ ਆ ਕਿ ਆਪਾਂ ਬੱਚਿਆਂ ਦੇ ਮਾਰਕਸ ਵਗੈਰਾ ਨਾਲ ਡੀਲ ਕਰ ਸਕੀਏ। ਸੋ ਦੈਟਸ ਵਾਈ ਮੈਂ ਮੋਸਟਲੀ ਮਾਰਕਸ ਔਰ ਬੱਚੇ ਹੀ ਲੈ ਕੇ ਚੱਲ ਰਹੀ ਹਾਂ, ਠੀਕ ਹੈ। ਡਿਸਕਰੀਟ ਸੀਰੀਜ਼ ਦੇ ਵਿੱਚ ਕੀ ਹੈ, ਸਾਨੂੰ ਮਾਰਕਸ ਦਿੱਤੇ ਹੁੰਦੇ ਔਰ ਉਹਦੀ ਫ੍ਰੀਕੁਐਂਸੀ ਦਿੱਤੀ ਹੁੰਦੀ ਹੈ ਕਿ ਫॉर एग्जाम्पल 2 ਨੰਬਰ ਕਿੰਨੇ ਜਣਿਆਂ ਦੇ ਆਏ ਨੇ ਤਾਂ 3 ਬੱਚਿਆਂ ਦੇ ਆਏ ਨੇ। ਉਹ ਕੀ ਹੋ ਜਾਂਦੀ ਹੈ, ਫ੍ਰੀਕੁਐਂਸੀ ਹੋ ਜਾਂਦੀ ਹੈ। ਫ੍ਰੀਕੁਐਂਸੀ ਦਾ ਵੈਸੇ ਵੀ ਮਤਲਬ ਹੁੰਦਾ ਕਿ ਕੋਈ ਚੀਜ਼ ਕਿੰਨੀ ਵਾਰੀ ਆ ਰਹੀ ਹੈ। ਮੈਨੂੰ ਲੱਗਦਾ ਪੰਜਾਬੀ 'ਚ ਇਹਨੂੰ ਆਵਰਤੀ ਬੋਲਦੇ ਨੇ, ਆਈ ਐਮ ਨੋਟ ਸ਼ੋਰ। ਕੰਟੀਨਿਊਅਸ ਸੀਰੀਜ਼ ਦੇ ਵਿੱਚ ਬੇਸਿਕਲੀ ਕੀ ਹੁੰਦਾ, ਹੁਣ ਸਾਨੂੰ ਇੱਥੇ ਰੇਂਜ ਦਿੱਤੀ ਜਾਂਦੀ ਹੈ, ਕਲਾਸ ਇੰਟਰਵਲ। ਬੇਸਿਕਲੀ ਸਾਨੂੰ ਕਲਾਸ ਇੰਟਰਵਲ ਦਿੱਤੇ ਜਾਂਦੇ ਨੇ ਕਿ 0 ਤੇ 10 ਦੇ ਵਿਚਕਾਰ ਵਰਗ ਅੰਤਰਾਲ ਬੋਲਦੇ ਹਾਂ ਆਪਾਂ ਇਹਨੂੰ, ਠੀਕ ਹੈ। ਔਰ ਉਸ ਤੋਂ ਬਾਅਦ ਫ੍ਰੀਕੁਐਂਸੀ ਦਿੱਤੀ ਜਾਂਦੀ ਹੈ। ਆਈ ਹੋਪ ਤੁਹਾਨੂੰ ਇਸ 3 ਸੀਰੀਜ਼ ਦੇ ਵਿੱਚ ਕਲੀਅਰ ਹੋ ਗਿਆ ਹੋਏਗਾ, ਠੀਕ ਹੈ।
ਦੇਖੋ ਇੰਡੀਵਿਜੂਅਲ ਸੀਰੀਜ਼ ਦਾ ਬੇਸਿਕਲੀ ਇਹ ਤਾਂ ਪਹਿਲੀ ਗੱਲ ਕਦੇ ਆਉਂਦਾ ਹੀ ਨਹੀਂ, ਅਗਰ ਆਏਗਾ ਤਾਂ ਆਪਾਂ ਨੂੰ ਸ਼ਾਰਟ ਦੇ ਵਿੱਚ ਆਏਗਾ। ਤਾਂ ਬੇਸਿਕਲੀ ਅਗਰ ਇੰਡੀਵਿਜੂਅਲ ਸੀਰੀਜ਼ ਦੇ ਵਿੱਚ ਆ ਗਿਆ ਤਾਂ ਤੁਸੀਂ ਕੀ ਕਰਨਾ, ਜਿਹੜੇ ਮਾਰਕਸ ਨੇ ਉਹਨੂੰ ਐਡ ਕਰ ਦੇਣਾ, ਠੀਕ ਹੈ। ਜਿਹੜੇ ਵੀ ਨੰਬਰ ਆਏ ਹੋਣਗੇ ਉਹਨਾਂ ਨੰਬਰਸ ਨੂੰ ਕੀ ਕਰ ਦੇਣਾ, ਐਡ ਕਰ ਦੇਣਾ, ਔਰ ਉਹਨੂੰ ਡਿਵਾਈਡ ਕਰ ਦੇਣਾ ਟੋਟਲ, ਮਤਲਬ ਟੋਟਲ ਕਿੰਨੇ ਸੀ, ਟੋਟਲ ਨੰਬਰ ਆਫ ਆਬਜ਼ਰਵੇਸ਼ਨਸ ਦੇ ਨਾਲ ਤੁਸੀਂ ਉਹਨੂੰ ਕੀ ਕਰ ਦੇਣਾ, ਐਡ ਕਰ ਦੇਣਾ। ਓਕੇ, ਅਗਰ ਤੁਸੀਂ ਇਹਦਾ ਫਾਰਮੂਲਾ ਐਸ ਸੱਚ ਲਿਖਣਾ ਚਾਹੋਗੇ ਮੈਂ ਤੁਹਾਨੂੰ ਉਹ ਵੀ ਲਿਖਵਾ ਦਿੰਦੀ ਹਾਂ, ਇੱਕ ਮਿੰਟ। ਸੋ ਬੇਸਿਕਲੀ ਉਹਦਾ ਫਾਰਮੂਲਾ ਕੀ ਹੈ, ਇਹਦੇ ਵਿੱਚ ਆਪਣੀ ਬੁੱਕ ਦੇ ਵਿੱਚ ਜਿਹੜਾ ਇਹ ਮੀਨ ਹੈ ਉਹਨੂੰ ਐਮ ਦੇ ਨਾਲ ਰਿਪਰੈਜ਼ੈਂਟ ਕੀਤਾ ਗਿਆ, ਕੈਪੀਟਲ ਐਮ ਦੇ ਨਾਲ। ਸੋ ਇੰਡੀਵਿਜੂਅਲ ਸੀਰੀਜ਼ ਦੇ ਵਿੱਚ ਐਮ ਦੀ ਵੈਲਿਊ ਕੀ ਆ ਜਾਏਗੀ, ਸਮੀਸ਼ਨ ਆਫ ਐਕਸ ਅਪੋਨ ਐਨ। ਜਿਹੜਾ ਆਹ ਹੁੰਦਾ ਨਾ ਇਹਨੂੰ ਆਪਾਂ ਸਿਗਮਾ ਵੀ ਬੋਲ ਦਿੰਦੇ ਹਾਂ ਅਤੇ ਸਮੀਸ਼ਨ ਵੀ ਬੋਲ ਦਿੰਦੇ ਹਾਂ। ਇਹਦਾ ਮਤਲਬ ਹੁੰਦਾ ਸਮ, ਯਾਨੀ ਕਿ ਐਕਸ ਦਾ ਤੁਸੀਂ ਸਮ ਕਰ ਰਹੇ ਹੋ ਔਰ ਉਹਨੂੰ ਡਿਵਾਈਡ ਕਰ ਰਹੇ ਹੋ ਟੋਟਲ ਨੰਬਰ ਆਫ ਆਬਜ਼ਰਵੇਸ਼ਨਸ ਦੇ ਨਾਲ, ਠੀਕ ਹੈ ਜੀ। ਆਈ ਹੋਪ ਦਿਸ ਇਜ਼ ਕਲੀਅਰ। ਉਸ ਤੋਂ ਬਾਅਦ ਆਪਾਂ ਆਪਣੀ ਮੇਨ ਚੀਜ਼ 'ਤੇ ਚੱਲਦੇ ਹਾਂ। ਸਭ ਤੋਂ ਪਹਿਲਾਂ ਆਪਾਂ ਦੇਖਾਂਗੇ ਕਿ ਮੀਨ ਆਪਾਂ ਡਿਸਕਰੀਟ ਸੀਰੀਜ਼ ਦਾ ਕਿਵੇਂ ਕੱਢ ਸਕਦੇ ਹਾਂ। ਮੈਂ ਤੁਹਾਨੂੰ ਆਲਰੇਡੀ ਕਹਿ ਚੁੱਕੀ ਹਾਂ ਕਿ ਡਿਸਕਰੀਟ ਸੀਰੀਜ਼ ਕਿਹੜੀ ਹੁੰਦੀ ਹੈ, ਜਦੋਂ ਆਪਾਂ ਨੂੰ ਮਾਰਕਸ ਵੀ ਦਿੱਤੇ ਹੁੰਦੇ ਨੇ ਔਰ ਫ੍ਰੀਕੁਐਂਸੀ ਵੀ ਦਿੱਤੀ ਹੁੰਦੀ ਹੈ। ਹੁਣ ਦੇਖੋ, ਸਭ ਤੋਂ ਪਹਿਲਾਂ ਤਾਂ ਤੁਹਾਨੂੰ ਟੇਬਲ ਪੜ੍ਹਨਾ ਆਉਣਾ ਚਾਹੀਦਾ ਕਿ ਆਪਣਾ ਟੇਬਲ ਕੀ ਕਹਿ ਰਿਹਾ। ਬੇਸਿਕਲੀ ਆਪਣਾ ਟੇਬਲ ਇਹ ਕਹਿ ਰਿਹਾ, ਐਕਸ ਬੇਸਿਕਲੀ ਨੰਬਰ ਨੇ ਅਤੇ ਐਫ ਫ੍ਰੀਕੁਐਂਸੀ, ਯਾਨੀ ਕਿ ਕਿੰਨੇ ਬੱਚਿਆਂ ਦੇ ਆਏ ਨੇ, ਯਾਨੀ ਕਿ 10 ਨੰਬਰ 4 ਬੱਚਿਆਂ ਦੇ ਆਏ ਨੇ, 20 ਮਾਰਕਸ 5 ਬੱਚਿਆਂ ਦੇ ਆਏ ਨੇ, 30 ਮਾਰਕਸ 3 ਬੱਚਿਆਂ ਦੇ ਆਏ ਨੇ, ਐਂਡ ਸੋ ਔਨ। ਇਸ ਤਰੀਕੇ ਨਾਲ ਆਪਾਂ ਪੂਰੀ ਦੀ ਪੂਰੀ ਚੀਜ਼ ਕਰਨੀ ਹੈ। ਸਭ ਤੋਂ ਪਹਿਲਾਂ ਤੁਹਾਨੂੰ ਇਹਦਾ ਫਾਰਮੂਲਾ ਪਤਾ ਹੋਣਾ ਚਾਹੀਦਾ ਕਿ ਮੀਨ ਕੱਢਣ ਦਾ ਕੀ ਫਾਰਮੂਲਾ ਹੈ। ਸੋ ਬੇਸਿਕਲੀ ਜਿਹੜਾ ਮੀਨ ਕੱਢਣ ਦਾ ਫਾਰਮੂਲਾ ਹੈ ਦੈਟ ਇਜ਼, ਆਪਾਂ ਨੇ ਮੀਨ ਨੂੰ ਕਿਹਦੇ ਨਾਲ ਰਿਪਰੈਜ਼ੈਂਟ ਕਰਨਾ, ਐਮ ਦੇ ਨਾਲ ਰਿਪਰੈਜ਼ੈਂਟ ਕਰਨਾ। ਤਾਂ ਮੀਨ ਇਜ਼ ਇਕੁਅਲਸ ਟੂ ਸਮੀਸ਼ਨ ਐਫ ਐਕਸ ਅਪੋਨ ਸਮੀਸ਼ਨ ਐਫ, ਠੀਕ ਹੈ ਜੀ। ਹੁਣ ਇਹ ਸਮੀਸ਼ਨ ਐਫ ਨੂੰ ਕਈ ਵਾਰੀ ਐਨ ਵੀ ਲਿਖ ਦਿੰਦੇ ਨੇ ਕਿਉਂਕਿ ਸੇਮ ਹੀ ਚੀਜ਼ ਹੁੰਦੀ ਹੈ। ਸੋ ਬੇਸਿਕਲੀ ਆਪਾਂ ਨੇ ਕੀ ਕਰਨਾ ਹੈ, ਦੇਖੋ ਤੁਸੀਂ ਜਦੋਂ ਵੀ ਅਗਰ ਤੁਹਾਡੇ ਫਾਰਮੂਲਾ ਯਾਦ ਨੇ ਤਾਂ ਮੈਂ ਸਮਝਦੀ ਹਾਂ ਕਿ ਹਰੇਕ ਚੀਜ਼ ਤੁਸੀਂ ਬਹੁਤ ਆਸਾਨੀ ਨਾਲ ਸੋਲਵ ਕਰ ਸਕਦੇ ਹੋ। ਤੁਸੀਂ ਕੀ ਕੀਤਾ, ਤੁਸੀਂ ਫਾਰਮੂਲੇ ਕੋਲ ਚਲੇ ਗਏ, ਤੁਸੀਂ ਕਿਹਾ ਵੀ ਹਾਂਜੀ ਦੱਸੋ ਅਸੀਂ ਤੁਹਾਡਾ ਆਨਸਰ ਲੈ ਕੇ ਆਉਣ ਦੇ ਲਈ ਕੀ ਕਰੀਏ। ਤਾਂ ਸਾਨੂੰ ਸਾਡੇ ਫਾਰਮੂਲੇ ਨੇ ਕਿਹਾ ਕਿ ਤੁਸੀਂ ਪਹਿਲਾਂ ਇੱਕ ਕੰਮ ਕਰੋ, ਐਫ ਅਤੇ ਐਕਸ ਨੂੰ ਮਲਟੀਪਲਾਈ ਕਰ ਦਿਓ ਔਰ ਮਲਟੀਪਲਾਈ ਕਰਕੇ ਉਹਨੂੰ ਐਡ ਕਰ ਦਿਓ, ਠੀਕ ਹੈ। ਆਪਾਂ ਪਹਿਲਾਂ ਸਟੈਪ ਬਾਏ ਸਟੈਪ ਚੱਲਦੇ ਹਾਂ। ਸਭ ਤੋਂ ਪਹਿਲਾਂ ਆਪਾਂ ਐਫ ਅਤੇ ਐਕਸ ਨੂੰ ਕੀ ਕਰਦੇ ਹਾਂ, ਮਲਟੀਪਲਾਈ ਕਰਦੇ ਹਾਂ। ਤਾਂ ਆਪਾਂ ਇੱਕ ਕਾਲਮ ਬਣਾ ਲੈਂਦੇ ਹਾਂ ਐਫ ਔਰ ਐਕਸ ਦਾ। ਐਫ ਔਰ ਐਕਸ ਨੂੰ ਆਪਾਂ ਕੀ ਕਰੀ ਚੱਲਾਂਗੇ, ਮਲਟੀਪਲਾਈ ਕਰੀ ਚੱਲਾਂਗੇ ਔਰ ਉਸ ਹਿਸਾਬ ਨਾਲ ਆਪਾਂ ਦੇਖਾਂਗੇ ਕਿ ਆਪਣਾ ਕਿਸ ਤਰੀਕੇ ਨਾਲ ਆਨਸਰ ਆਏਗਾ, ਠੀਕ ਹੈ ਜੀ। ਸੋ ਹੁਣ ਆਪਾਂ ਐਫ ਐਕਸ ਨੂੰ ਮਲਟੀਪਲਾਈ ਕਰੀ ਚੱਲਾਂਗੇ। ਵੈਸੇ ਤਾਂ ਕੈਲਕੂਲੇਟਰ ਅਲਾਊਡ ਹੁੰਦਾ ਬਟ ਇਹ ਤਾਂ ਸਿੰਪਲ ਕੈਲਕੂਲੇਸ਼ਨ ਆਪਾਂ ਕਰ ਸਕਦੇ ਹਾਂ। 10 ਨੂੰ 4 ਨਾਲ ਕੀਤਾ ਕਿੰਨਾ ਆ ਗਿਆ, 40, ਫਿਰ ਇਹ ਆ ਗਿਆ 100, ਫਿਰ ਇਹ ਆ ਗਿਆ 90, ਦੈਨ 80, ਫਿਰ 5 5 25 ਤਾਂ 0 ਲੱਗ ਗਈ। ਬੇਸਿਕ ਜੀ ਕੈਲਕੂਲੇਸ਼ਨ ਹੈ ਨਾ, ਇਹ ਤਾਂ ਆਪਾਂ ਨੂੰ ਆਉਂਦੀ ਵੀ ਹੈ। 6 ਦੂਣੀ 12 ਤਾਂ 120, 7 या 21। ਸੋ ਬੇਸਿਕਲੀ ਪਲੀਜ਼ ਡੋਂਟ ਮਾਈਂਡ ਬਿਕੋਜ਼ ਮੇਰਾ ਪੰਜਾਬੀ ਮੀਡੀਅਮ ਤੋਂ ਆਈ ਐਮ ਤੋਂ ਮੋਰ ਕੰਫਰਟੇਬਲ ਇਨ ਪਹਾੜਿਆਂ 'ਚ ਮੈਂ ਜ਼ਿਆਦਾ ਕੰਫਰਟੇਬਲ ਹਾਂ। ਸੋ ਇਹ ਆ ਜਾਏਗਾ ਆਪਣਾ 80 ਔਰ ਇਹ ਆ ਜਾਏਗਾ 9 ਦੂਣੀ 18 ਤਾਂ 180, ਠੀਕ ਹੈ ਜੀ। ਇਹ ਆਪਣਾ ਸਾਰਾ ਕੁਝ ਆ ਗਿਆ। ਹੁਣ ਆਪਾਂ ਫਿਰ ਫਾਰਮੂਲੇ ਕੋਲ ਚਲੇ ਗਏ। ਆਪਾਂ ਫਾਰਮੂਲੇ ਨੂੰ ਕਿਹਾ ਹਾਂਜੀ ਅਸੀਂ ਐਫ ਐਕਸ ਨੂੰ ਮਲਟੀਪਲਾਈ ਕਰਤਾ, ਅੱਗੇ ਦੱਸੋ ਕੀ ਕਰਨਾ। ਤਾਂ ਸਾਡੇ ਫਾਰਮੂਲੇ ਨੇ ਸਾਨੂੰ ਕੀ ਕਿਹਾ ਕਿ ਮੈਨੂੰ ਇਹਦਾ ਕੀ ਕੱਢ ਕੇ ਦੇ ਦੇ, ਜੋੜ ਕੱਢ ਕੇ ਦੇ ਦੇ, ਸਮੀਸ਼ਨ ਦੇ ਦੇ। ਸੋ ਆਪਾਂ ਐਟ ਲਾਸਟ ਕੀ ਕਰਾਂਗੇ, ਇਸ ਐਫ ਐਕਸ ਨੂੰ ਕੀ ਕਰ ਦਾਂਗੇ, ਇਹਦੀ ਸਮੀਸ਼ਨ ਕੱਢ ਲਾਂਗੇ। ਦੈਟ ਮੀਨਸ ਆਪਾਂ ਇਹਨੂੰ ਕੀ ਕਰ ਦਾਂਗੇ, ਐਡ ਕਰ ਦਾਂਗੇ। ਹੁਣ ਆਪਾਂ ਨੂੰ ਕੈਲਕੂਲੇਟਰ ਅਲਾਊਡ ਹੋਊਗਾ। ਸੋ ਬੇਸਿਕਲੀ ਆਪਾਂ ਕੀ ਕਰਾਂਗੇ, ਇਹ ਸਾਰੀਆਂ ਚੀਜ਼ਾਂ ਨੂੰ, ਵੈਸੇ ਮੋਸਟ ਪ੍ਰੋਬੇਬਲੀ ਆਪਾਂ ਨੂੰ ਕੈਲਕੂਲੇਟਰ ਅਲਾਊਡ ਹੀ ਹੋਊਗਾ। ਥੋੜ੍ਹੇ ਬਹੁਤੇ ਚਾਂਸ ਨੇ ਕਿ ਸ਼ਾਇਦ ਇੱਧਰ ਉੱਧਰ ਚੀਜ਼ਾਂ ਹੋ ਸਕਦੀਆਂ ਨੇ ਬਟ ਇੰਨੀ ਸਿੰਪਲ ਕੈਲਕੂਲੇਸ਼ਨ ਆਪਾਂ ਕਰ ਹੀ ਸਕਦੇ ਹਾਂ। ਸੋ ਐਫ ਐਕਸ ਦਾ ਜਿਹੜਾ ਸਮੀਸ਼ਨ ਹੈ ਉਹ ਕਿੰਨਾ ਆ ਜਾਏਗਾ, 1150। ਹੁਣ ਮੇਰਾ ਕੱਢ ਕੇ ਰੱਖਿਆ ਹੋਇਆ, ਦੈਟਸ ਵਾਈ ਮੈਂ ਡਾਇਰੈਕਟਲੀ ਪੁੱਟ ਕਰ ਦਿੰਦੀ ਹਾਂ ਵੈਲਿਊਜ਼। ਸੋ 1150 ਆ ਰਿਹਾ। ਦੂਸਰਾ ਇਹਨਾਂ ਨੇ ਕੀ ਮੰਗਿਆ ਹੋਇਆ ਸਾਥੋਂ, ਇਸ ਫ੍ਰੀਕੁਐਂਸੀ ਦਾ ਜੋੜ। ਆ ਸਾਡੇ ਕੋਲ ਫ੍ਰੀਕੁਐਂਸੀ ਪਈ ਹੈ, ਅਸੀਂ ਇੱਥੇ ਫ੍ਰੀਕੁਐਂਸੀ ਦਾ ਜੋੜ ਯਾਨੀ ਮੈਂ ਸਿੱਧਾ ਕੈਪੀਟਲ ਐਨ ਲਿਖ ਦਿੰਦੀ ਹਾਂ। ਕੈਪੀਟਲ ਐਨ ਆਪਣੇ ਕੋਲ ਕਿੰਨਾ ਆ ਰਿਹਾ, ਬੇਸਿਕਲੀ 27 ਆ ਰਿਹਾ। ਸਾਰਾ ਕੁਝ ਆ ਗਿਆ। ਹੁਣ ਆਪਾਂ ਸਿੱਧੀਆਂ ਇਹ ਜਿਹੜੀਆਂ ਵੈਲਿਊਜ਼ ਨੇ ਪੁੱਟ ਕਰ ਦੇਣੀਆਂ ਨੇ। ਸਮੀਸ਼ਨ ਐਫ ਐਕਸ ਯਾਨੀ ਕਿ 1150, ਉਹਦੇ ਬਟੇ ਆਪਾਂ ਨੇ ਕੀ ਕਰਤਾ ਐਨ, ਔਰ ਐਨ ਆਪਣੇ ਕੋਲ ਕਿੰਨਾ ਹੈ 27। ਹੁਣ ਆਪਾਂ ਇਹਨੂੰ ਸੋਲਵ ਕਰਾਂਗੇ। ਜਦੋਂ ਆਪਾਂ ਇਹਨੂੰ ਸੋਲਵ ਕਰਾਂਗੇ ਤਾਂ ਆਪਣੇ ਕੋਲ ਜਿਹੜਾ ਆਨਸਰ ਆ ਜਾਏਗਾ ਦੈਟ ਇਜ਼ 42.5, ਦੈਟ ਇਜ਼ 42.59। ਸੋ ਇਹ ਆਪਣਾ ਕੀ ਆ ਜਾਏਗਾ, ਮੀਨ ਆ ਜਾਏਗਾ। ਅੱਛਾ, ਜਦੋਂ ਆਪਾਂ ਫਾਰਮੂਲਾ ਲਿਖਾਂਗੇ ਆਪਾਂ ਉੱਥੇ ਹਰੇਕ ਚੀਜ਼ ਲਿਖਣੀ ਹੈ ਕਿ ਭਾਈ ਐਮ ਸਾਡਾ ਕੀ ਹੈ, ਮੀਨ ਹੈ, ਠੀਕ ਹੈ। ਆਹ ਸਮੀਸ਼ਨ ਕੀ ਹੈ, ਸਮ ਹੈ, ਸਮ ਆਫ, ਠੀਕ ਹੈ। ਐਫ ਕੀ ਹੈ, ਫ੍ਰੀਕੁਐਂਸੀ ਹੈ। ਐਕਸ ਕੀ ਹੈ, ਮਾਰਕਸ ਨੇ। ਐਫ ਐਕਸ ਕੀ ਹੈ, ਦੋਨਾਂ ਦੀ ਮਲਟੀਪਲਾਈ ਹੈ। ਸੋ ਕਿਉਂਕਿ ਆਪਾਂ ਨੂੰ ਕਈ ਵਾਰ ਪੁੱਛਿਆ ਜਾਂਦਾ ਕਿ ਸਟੈਪ ਕਿਸ ਤਰੀਕੇ ਦੇ ਨੇ। ਸੋ ਜਿਵੇਂ ਜਿਵੇਂ ਤੁਸੀਂ ਚੀਜ਼ਾਂ ਸੋਲਵ ਕੀਤੀਆਂ ਨੇ ਉਵੇਂ ਉਵੇਂ ਸਟੈਪ 1 ਕਰਕੇ ਸਾਰੀਆਂ ਚੀਜ਼ਾਂ ਲਿਖ ਦਿਓ। ਉਸ ਤੋਂ ਬਾਅਦ ਆਈ ਹੋਪ ਦਿਸ ਇਜ਼ ਕਲੀਅਰ। ਉਸ ਤੋਂ ਬਾਅਦ ਨੈਕਸਟ 'ਤੇ ਚੱਲਦੇ ਹਾਂ। ਜਦੋਂ ਸਾਡੇ ਕੋਲ ਕੰਟੀਨਿਊ ਸੀਰੀਜ਼ ਆ ਜਾਏ ਫਿਰ ਅਸੀਂ ਕੀ ਕਰਨਾ। ਮੈਂ ਆਲਰੇਡੀ ਦੱਸ ਚੁੱਕੀ ਹਾਂ ਕਿ ਕੰਟੀਨਿਊ ਸੀਰੀਜ਼ ਕਿਹੜੀ ਹੁੰਦੀ ਹੈ, ਜਿਹਦੇ 'ਚ ਬੇਸਿਕਲੀ ਸਾਨੂੰ ਵਰਗ ਅੰਤਰਾਲ ਦਿੱਤੇ ਹੁੰਦੇ ਆ ਕਿ ਭਾਈ ਆਹ ਵਾਲੇ ਤੋਂ ਇੰਨੀ ਰੇਂਜ ਦੇ ਵਿੱਚ 5 ਬੱਚੇ ਨੇ। ਪਹਿਲਾਂ ਡਾਟਾ ਪੜ੍ਹਨ ਦੀ ਕੋਸ਼ਿਸ਼ ਕਰੋ ਕਿ ਡਾਟਾ ਕੀ ਕਹਿ ਰਿਹਾ। ਡਾਟਾ ਇਹ ਕਹਿ ਰਿਹਾ ਕਿ 0 ਤੋਂ 10 ਦੇ ਵਿੱਚ 5 ਬੱਚਿਆਂ ਦੇ ਨੰਬਰ ਆਏ ਨੇ। ਯਾਨੀ ਇਹ 5 ਬੱਚਿਆਂ ਦੇ ਨੰਬਰ ਕੁਝ ਵੀ ਹੋ ਸਕਦੇ। ਹੋ ਸਕਦਾ ਕਿਸੇ ਦਾ 2 ਆਇਆ ਹੋਵੇ ਨੰਬਰ, ਕਿਸੇ ਦਾ 5 ਆਇਆ ਹੋਵੇ, ਕਿਸੇ ਦਾ 7 ਆਇਆ ਹੋਵੇ, ਕਿਸੇ ਦਾ 8 ਆਇਆ ਹੋਵੇ, ਕੁਝ ਵੀ ਆ ਸਕਦਾ। ਨੈਕਸਟ ਕੀ ਕਹਿ ਰਿਹਾ, 10 ਤੋਂ 20 ਦੇ ਵਿੱਚ 10 ਬੱਚਿਆਂ ਦੇ ਨੰਬਰ ਆ ਰਹੇ ਨੇ। 20 ਤੋਂ 30 ਦੇ ਵਿਚਕਾਰ 25 ਬੱਚਿਆਂ ਦੇ ਮਾਰਕਸ ਆ ਰਹੇ ਨੇ। 30 ਤੋਂ 40 ਦੇ ਵਿੱਚ 30 ਐਂਡ ਸੋ ਔਨ।
ਉਸ ਤੋਂ ਪਹਿਲਾਂ ਇੱਕ ਚੀਜ਼ ਹੋਰ ਮੈਂ ਜੋ ਕਹਿ ਰਹੀ ਹਾਂ ਕਿ ਬਹੁਤ ਧਿਆਨ ਰੱਖਣੀ ਹੈ, ਉਹ ਇਹ ਰੱਖਣੀ ਹੈ ਜਿਵੇਂ ਆ ਆਪਣਾ ਪਹਿਲਾ ਕਲਾਸ ਇੰਟਰਵਲ ਹੈ, ਆ ਇਸ ਕਲਾਸ ਇੰਟਰਵਲ ਦੀ ਲੋਅਰ ਲਿਮਿਟ 0 ਹੈ ਅਤੇ ਹਾਈਅਰ ਲਿਮਿਟ ਜਾਂ ਅਪਰ ਲਿਮਿਟ ਕੀ ਹੈ 10 ਹੈ। ਆਹ ਜਿੱਥੋਂ ਖਤਮ ਹੋ ਰਿਹਾ ਅਗਲਾ ਇੰਟਰਵਲ ਉੱਥੋਂ ਹੀ ਸ਼ੁਰੂ ਹੋਣਾ ਚਾਹੀਦਾ। ਜਿਵੇਂ ਆ 0 ਤੇ 10 ਅਗਲਾ 10 ਤੋਂ ਸ਼ੁਰੂ ਹੋ ਰਿਹਾ, 20 ਤੇ ਖਤਮ ਅਗਲਾ 20 ਤੋਂ ਸ਼ੁਰੂ ਹੋ ਰਿਹਾ, 30 ਤੇ ਖਤਮ ਅਗਲਾ 30 ਤੋਂ ਸ਼ੁਰੂ ਹੋ ਰਿਹਾ। ਦੈਟ ਮੀਨਸ ਇਹ ਬਿਲਕੁਲ ਸਹੀ ਹੈ। ਲੇਕਿਨ ਜਿਹੜਾ ਸਾਨੂੰ ਐਗਜ਼ਾਮ ਆਊਗਾ ਉਹਦੇ 'ਚ ਸੇਮ ਨਹੀਂ ਹੋਣਗੇ, ਉਹਦੇ 'ਚ ਸਾਨੂੰ ਖੁਦ ਸੈੱਟ ਕਰਨੇ ਪੈਣਗੇ। ਉਹ ਕਿਵੇਂ ਕਰਨੇ ਪੈਣਗੇ ਮੈਂ ਨੈਕਸਟ ਕੁਐਸਚਨ 'ਚ ਦੱਸੂਗੀ, ਲੇਕਿਨ ਉਸ ਤੋਂ ਪਹਿਲਾਂ ਆਪਾਂ ਇਹਦੇ ਨਾਲ ਡੀਲ ਕਰਦੇ ਹਾਂ। ਹੁਣ ਦੇਖੋ ਇਹਦਾ ਵੀ ਫਾਰਮੂਲਾ ਜਿਹੜਾ ਹੈਗਾ ਸਮੀਸ਼ਨ ਕੱਢਣ ਦਾ ਜਿਹੜਾ ਫਾਰਮੂਲਾ ਹੈ ਉਹ ਆਲਮੋਸਟ ਸੇਮ ਹੀ ਹੈ, ਸੇਮ ਹੀ ਆਲਮੋਸਟ ਕੀ ਸੇਮ ਹੀ ਹੈ। ਆਪਾਂ ਮੀਨ ਦਾ ਇੱਥੇ ਪਹਿਲਾਂ ਫਾਰਮੂਲਾ ਲਿਖ ਲੈਂਦੇ ਹਾਂ, ਮੀਨ ਇਜ਼ ਇਕੁਅਲਸ ਟੂ ਸਮੀਸ਼ਨ ਐਫ ਐਕਸ ਅਪੋਨ ਸਮੀਸ਼ਨ ਐਫ, ਜਾਂ ਤੁਸੀਂ ਇਹਨੂੰ ਐਨ ਲਿਖ ਸਕਦੇ ਹੋ, ਕੁਝ ਵੀ ਲਿਖ ਸਕਦੇ ਹੋ, ਹੈ ਨਾ, ਕੋਈ ਗਲਤ ਨਹੀਂ ਕਰਨ ਲੱਗੂਗਾ। ਹਾਂ ਮਤਲਬ ਅਗਰ ਬੁੱਕ 'ਤੇ ਸਮੀਸ਼ਨ ਐਫ ਹੈ ਤੁਸੀਂ ਐਨ ਲਿਖਤਾ ਤਾਂ ਕੋਈ ਗਲਤ ਨਹੀਂ ਕਰ ਸਕਦਾ ਉਸ ਚੀਜ਼ ਨੂੰ, ਠੀਕ ਹੈ। ਹੁਣ ਦੇਖੋ ਆਪਾਂ ਕੀ ਕਰਨਾ, ਇਹਦੇ 'ਚ ਆਪਣਾ ਇੱਕ ਸਟੈਪ ਵੱਧ ਜਾਂਦਾ। ਕੀ ਸਟੈਪ ਵੱਧ ਜਾਂਦਾ? ਹੁਣ ਦੇਖੋ ਆਪ ਸੋਚ ਕੇ ਦੇਖੋ ਵੀ ਹੁਣ ਸਾਨੂੰ ਨਹੀਂ ਪਤਾ ਵੀ 5 ਬੱਚਿਆਂ ਦੇ ਕਿੰਨੇ ਕੁ ਨੰਬਰ ਹੋਣਗੇ, ਤਾਂ ਆਪਾਂ ਬੇਸਿਕਲੀ ਕੀ ਕੱਢ ਲੈਂਦੇ ਹਾਂ, ਮਿਡ ਪੁਆਇੰਟ ਕੱਢ ਲੈਂਦੇ ਹਾਂ। ਆਪਾਂ ਕੀ ਕੱਢ ਲੈਂਦੇ ਹਾਂ ਜੀ, ਮਿਡ ਪੁਆਇੰਟ ਕੱਢ ਲੈਂਦੇ ਹਾਂ, ਜਿਹਨੂੰ ਆਪਾਂ ਐਕਸ ਨਾਲ ਦਿਖਾ ਦਿੰਦੇ ਹਾਂ। ਹੁਣ ਆਪਾਂ ਮਿਡ ਪੁਆਇੰਟ ਕੱਢਣਾ, ਮਿਡ ਪੁਆਇੰਟ ਕੱਢਣ ਦਾ ਜੋ ਬੇਸਿਕ ਜਿਹਾ ਫਾਰਮੂਲਾ ਕੀ ਹੁੰਦਾ ਕਿ ਤੁਸੀਂ ਲੋਅਰ ਲਿਮਿਟ ਤੇ ਅਪਰ ਲਿਮਿਟ ਨੂੰ ਐਡ ਕਰਕੇ 2 ਨਾਲ ਡਿਵਾਈਡ ਕਰ ਦਿਓ, ਯਾਨੀ ਸਿੱਧੀ ਜਿਹੀ ਗੱਲ ਹੈ ਕਲਾਸ ਇੰਟਰਵਲ ਦਾ ਕੀ ਕੱਢ ਲਓ, ਐਵਰੇਜ ਕੱਢ ਲਓ। ਸੋ ਬੇਸਿਕਲੀ ਮਿਡ ਪੁਆਇੰਟ ਕਿਵੇਂ ਨਿਕਲੂਗਾ, 0 + 10 / 2 ਵਿਚ ਇਜ਼ ਇਕੁਅਲਸ ਟੂ 5। ਨੈਕਸਟ ਕਿਵੇਂ ਨਿਕਲੇਗਾ, 10 + 20 / 2 ਯਾਨੀ ਕਿ 30/2 ਇਜ਼ ਇਕੁਅਲਸ ਟੂ 15। ਲੇਕਿਨ ਮੈਂ ਇਸ ਤਰੀਕੇ ਨਾਲ ਨਹੀਂ ਕੱਢੂੰਗੀ। ਆਪਾਂ ਕਿਵੇਂ ਕੱਢਣਾ ਹੈ, ਕਾਮਨ ਸੈਂਸ ਲਗਾ ਕੇ ਦੇਖਿਓ। 0 ਤੇ 10 ਦੇ ਵਿਚਕਾਰ ਕੌਣ ਆਏਗਾ, 5 ਆਏਗਾ। 10 ਤੋਂ 20 ਦੇ ਵਿਚਕਾਰ ਕੌਣ ਆਏਗਾ, 15 ਆਏਗਾ। 20 ਤੋਂ 30 ਦੇ ਵਿਚਕਾਰ ਸਿੱਧੀ ਜਿਹੀ ਗੱਲ ਹੈ ਕੌਣ ਆਏਗਾ, 25 ਆਏਗਾ। 30 ਤੋਂ 40 ਦੇ ਵਿਚਕਾਰ ਕੌਣ ਆਏਗਾ, 35 ਆਏਗਾ। 40 ਤੋਂ 50 ਦੇ ਵਿਚਕਾਰ ਕੌਣ ਆਏਗਾ, 45 ਆਏਗਾ। 50 ਤੋਂ 60 ਦੇ ਵਿਚਕਾਰ ਕੌਣ ਆਏਗਾ, 55 ਆਏਗਾ। ਵੈਰੀ ਸਿੰਪਲ, ਕਾਮਨ ਸੈਂਸ ਨਾਲ ਨਿਕਲ ਗਏ, ਠੀਕ ਹੈ। ਜ਼ਰੂਰੀ ਨਹੀਂ ਆਪਾਂ ਨੂੰ ਇੰਨੀਆਂ ਈਜ਼ੀ ਹੀ ਕੈਲਕੂਲੇਸ਼ਨ ਹੋਣ, ਲੇਕਿਨ ਮਿਡ ਪੁਆਇੰਟ ਉਹਦਾ ਆਸਾਨੀ ਨਾਲ ਨਿਕਲ ਜਾਏਗਾ। ਹੁਣ ਦੇਖੋ ਸਾਰਾ ਕੁਝ ਆ ਗਿਆ। ਹੁਣ ਕੀ ਕਰਨਾ, ਐਫ ਐਕਸ ਨੂੰ ਮਲਟੀਪਲਾਈ ਕਰਨਾ। ਅੱਗੇ ਆਪਾਂ ਕਾਲਮ ਬਣਾ ਲੈਣੇ ਐਫ ਐਕਸ ਵਾਲਾ। ਹੁਣ ਆਪਾਂ ਇਹਨਾਂ ਨੂੰ ਮਲਟੀਪਲਾਈ ਕਰੀ ਚੱਲਾਂਗੇ। ਇਹ ਆ ਜਾਏਗਾ 5 × 5 = 25, ਇਹ ਆ ਜਾਏਗਾ 150। ਉਸ ਤੋਂ ਬਾਅਦ ਇਹ ਆਏਗਾ 5 × 5 = 25 ਔਰ 625। ਉਸ ਤੋਂ ਬਾਅਦ ਜਿਹੜਾ ਕੁਝ ਵੀ ਮਲਟੀਪਲਾਈ ਕਰਕੇ ਜਿਵੇਂ ਜਿਵੇਂ ਆਪਣੇ ਕੋਲ ਵੈਲਿਊਜ਼ ਆ ਰਹੀਆਂ ਨੇ ਉਵੇਂ ਆਪਾਂ ਪੁੱਟ ਕਰ ਦੇਣੀਆਂ ਨੇ। 30 × 35 ਮੈਂ ਡਾਇਰੈਕਟ ਲਿਖ ਦਿੰਦੀ ਹਾਂ 1050। ਉਸ ਤੋਂ ਬਾਅਦ ਆਏਗਾ 900, ਫਿਰ ਆਏਗਾ 550। ਨੈਕਸਟ ਸਟੈਪ ਸਾਡਾ ਕੀ ਹੈ, ਐਫ ਐਕਸ ਨੂੰ ਕੀ ਕਰਨਾ, ਜੋੜ ਕਰਨਾ। ਸੋ ਅਸੀਂ ਨੇ ਕੀ ਕਰਤਾ ਇੱਥੇ ਸਮੀਸ਼ਨ ਐਫ ਐਕਸ ਔਰ ਜਿਹੜਾ ਇਹਦਾ ਸਮੀਸ਼ਨ ਆ ਰਿਹਾ ਦੈਟ ਇਜ਼ 3300, ਯਾਨੀ 3300 ਜਾਂ 3300 ਕੁਛ ਮਰਜ਼ੀ ਕਹਿ ਲਓ। ਉਸ ਤੋਂ ਬਾਅਦ ਐਨ ਆਪਣੇ ਕੋਲ ਆਹ ਫ੍ਰੀਕੁਐਂਸੀ ਦਾ ਜੋੜ ਐਨ ਹੁੰਦਾ, ਸੋ ਆਪਾਂ ਇੱਥੇ ਐਨ ਕੱਢ ਲੈਂਦੇ ਹਾਂ। ਸੋ ਸਾਡੀ ਐਨ ਦੀ ਵੈਲਿਊ ਕਿੰਨੀ ਆ ਰਹੀ ਹੈ, 100 ਆ ਰਹੀ ਹੈ। ਵੈਰੀ ਸਿੰਪਲ, ਵੈਲਿਊਜ਼ ਪੁੱਟ ਕਰਨੀਆਂ ਨੇ। ਐਫ ਐਕਸ ਸਮੀਸ਼ਨ ਕਿੰਨੀ ਆਈ ਹੈ, 3300 ਔਰ ਐਨ ਦੀ ਵੈਲਿਊ ਕਿੰਨੀ ਆਈ ਹੈ, 100। ਸੋ ਡਾਇਰੈਕਟ 0 ਨਾਲ 0 ਕੱਟ ਕੇ ਸਾਡਾ ਆਨਸਰ ਕਿੰਨਾ ਆ ਗਿਆ, 33। ਯਾਨੀ ਸਾਡਾ ਮੀਨ ਕੀ ਆ ਗਿਆ, 33। ਇਹ ਸਾਡਾ ਆਨਸਰ ਆ ਗਿਆ। ਯਾਨੀ ਇਹ ਕੀ ਕਹਿ ਰਿਹਾ ਕਿ ਜਿਹੜੇ ਨੰਬਰ ਨੇ ਸਾਰੇ ਬੱਚਿਆਂ ਦੇ ਨੰਬਰ ਮੋਸਟਲੀ 33 ਦੇ ਆਸ-ਪਾਸ ਹੀ ਨੇ। ਸੋ ਆਈ ਹੋਪ ਤੁਹਾਨੂੰ ਇਹ 2 ਚੀਜ਼ਾਂ ਪਤਾ ਚੱਲ ਗਈਆਂ ਹੋਣਗੀਆਂ। ਸੋ ਮਤਲਬ ਇਹਦੇ 'ਚ ਬੇਸਿਕਲੀ ਸਿੱਧਾ ਹੀ ਆਪਾਂ ਐਫ ਐਕਸ ਕਰਤਾ, ਲੇਕਿਨ ਇਹਦੇ 'ਚ ਆਪਾਂ ਨੂੰ ਐਕਸ ਕੱਢਣਾ ਪਿਆ। ਐਕਸ ਕੀ ਸੀਗਾ, ਮਿਡ ਪੁਆਇੰਟ ਸੀਗਾ। ਲੇਕਿਨ ਹੁਣ ਜੋ ਆਪਾਂ ਨੂੰ ਐਗਜ਼ਾਮ ਦੇ ਵਿੱਚ ਆਉਂਦੇ ਨੇ, ਆਪਾਂ ਨੂੰ ਇਸ ਤਰੀਕੇ ਦੇ ਕੇਸਿਸ ਆਉਂਦੇ ਨੇ। ਹੁਣ ਤੁਸੀਂ ਇੱਥੇ ਧਿਆਨ ਨਾਲ ਦੇਖਿਓ, ਜੋ ਆਪਾਂ ਪਹਿਲਾਂ ਗੱਲ ਕੀਤੀ ਸੀ, ਜਦੋਂ ਤੁਸੀਂ ਇੱਥੇ ਧਿਆਨ ਨਾਲ ਓਬਜ਼ਰਵ ਕਰੋਗੇ ਤਾਂ ਜਿਵੇਂ ਆਹ 50 ਤੋਂ ਜਿਹੜਾ ਹੈਗਾ 52 ਦਾ ਕਲਾਸ ਇੰਟਰਵਲ ਹੈ, ਲੇਕਿਨ ਅਗਲੀ ਜਿਹੜੀ ਆਪਣੇ ਕੋਲ ਕਲਾਸ ਇੰਟਰਵਲ ਸ਼ੁਰੂ ਹੋ ਰਿਹਾ ਉਹ 53 ਤੋਂ ਸ਼ੁਰੂ ਹੋ ਰਿਹਾ। ਦੈਟ ਮੀਨਸ ਆਹ ਦੋਨੋਂ ਸੇਮ ਨਹੀਂ ਹੈਗੀਆਂ। ਹੁਣ ਆਪਾਂ ਨੂੰ ਕੀ ਕਰਨਾ ਪਊ, ਇਹਨਾਂ ਨੂੰ ਸੇਮ ਕਰਨਾ ਪਊਗਾ। ਸੋ ਬੇਸਿਕਲੀ ਆਪਾਂ ਸੇਮ ਕਿਵੇਂ ਕਰਦੇ ਹਾਂ, ਮੈਂ ਤੁਹਾਨੂੰ ਇੱਥੇ ਇੱਕ ਚੀਜ਼ ਲਿਖ ਕੇ ਦੇ ਦਿੰਦੀ ਹਾਂ। ਆਪਾਂ ਇਹਨੂੰ ਸੇਮ ਕਿਵੇਂ ਕਰਦੇ ਹਾਂ, ਦੇਖੋ ਇੱਕ ਆਪਣੇ ਕੋਲ ਲੋਅਰ ਲਿਮਿਟ ਹੈ, ਠੀਕ ਹੈ, ਅਤੇ ਇੱਕ ਆਪਣੇ ਕੋਲ ਅਪਰ ਲਿਮਿਟ ਹੈ। ਜਿਹੜੀ ਲੋਅਰ ਲਿਮਿਟ ਹੈ ਉਹਨੂੰ ਤਾਂ ਤੁਸੀਂ ਡਿਕਰੀਜ਼ ਕਰ ਦਿਓ 0.5, ਰਿਡਿਊਸ ਕਰ ਦਿਓ ਲੋਅਰ ਲਿਮਿਟ ਨੂੰ, ਰਿਡਿਊਸ ਕਰ ਦਿਓ ਬਾਈ 0.5 ਔਰ ਅਪਰ ਲਿਮਿਟ ਨੂੰ ਕੀ ਕਰ ਦਿਓ ਤੁਸੀਂ, ਇਨਕਰੀਜ਼ ਕਰ ਦਿਓ, ਇਨਕਰੀਜ਼ਡ ਬਾਈ 0.5। ਇੱਦਾਂ ਕਰਨ ਦੇ ਨਾਲ ਬੇਸਿਕਲੀ ਆਪਣੇ ਕੋਲੇ ਕੀ ਹੋ ਜਾਏਗਾ, ਇੱਦਾਂ ਕਰਨ ਦੇ ਨਾਲ ਆਪਣੇ ਕੋਲੇ ਆਹ ਦੋਨੋਂ ਵਾਲੀਆਂ ਸੇਮ ਹੋ ਜਾਣਗੀਆਂ। ਤਾਂ ਆਪਾਂ ਇੱਥੇ ਕੀ ਲਿਖਾਂਗੇ, ਐਗਜ਼ੈਕਟ ਕਲਾਸ ਇੰਟਰਵਲ। ਹੁਣ ਦੇਖੋ 50 ਨੂੰ 0.5 ਡਿਕਰੀਜ਼ ਕਰ ਦਿਓ, ਕਿੰਨਾ ਆ ਗਿਆ 49.5। ਅਪਰ ਲਿਮਿਟ ਨੂੰ 0.5 ਇਨਕਰੀਜ਼ ਕਰ ਦਿਓ, ਕਿੰਨਾ ਆ ਗਿਆ 52.5। ਸੇਮ 53 ਨੂੰ ਡਿਕਰੀਜ਼ ਕਰਾਂਗੇ, ਕਿੰਨਾ ਆ ਜਾਏਗਾ 52.5। ਇਹਨੂੰ 0.5 ਇਨਕਰੀਜ਼ ਕਰਾਂਗੇ, ਕਿੰਨਾ ਆ ਜਾਏਗਾ 55.5। ਦੇਖੋ ਸੇਮ ਹੋ ਗਏ ਨਾ, ਹੁਣ ਸੇਮ ਹੋ ਗਏ, ਵੈਰੀ ਗੁੱਡ। ਆਪਾਂ ਬਸ ਹੁਣ ਆਪਾਂ ਉਵੇਂ ਕਰ ਲੈਂਦੇ ਹਾਂ 55.5, ਇਹ ਆ ਜਾਏਗਾ 58.5, ਇਹ ਫਿਰ ਘੱਟ ਜਾਏਗਾ 58.5, ਇਹ 61.5, ਦੈਨ 61.5 ਐਂਡ 64.5। ਇਹ ਸਾਡੇ ਐਗਜ਼ੈਕਟ ਕਲਾਸ ਇੰਟਰਵਲ ਦੀ ਸਾਡੇ ਕੋਲੇ ਬੇਸਿਕਲੀ ਅਸੀਂ ਨੇ ਕੱਢ ਲਿਆ, ਠੀਕ ਹੈ। ਨੈਕਸਟ ਸਟੈਪ ਦੇਖੋ ਕੀ ਹੈ, ਹੁਣ ਓਬਵੀਅਸਲੀ ਸਾਨੂੰ ਮਿਡ ਪੁਆਇੰਟ ਕੱਢਣਾ ਪੈਣਾ। ਹੁਣ ਮਿਡ ਪੁਆਇੰਟ ਦੇ ਵਿੱਚ ਬੇਸਿਕਲੀ ਕੀ ਹੈ, ਦੇਖੋ ਹੁਣ
ਕਾਈ ਦੇ ਨਾਲ ਤਾਂ ਹੁਣ ਆਪਣਾ ਇਹ ਕਲਾਸ ਇੰਟਰਵਲ ਹੈ, ਤੁਹਾਨੂੰ ਇਹਦਾ ਮਿਡ ਪੁਆਇੰਟ ਪਤਾ ਹੋਣਾ ਚਾਹੀਦਾ, ਲੇਕਿਨ ਹੁਣ ਯਾਰ ਆਪਾਂ ਉੱਥੇ ਇੰਨਾ ਕੁਛ ਥੋੜੀ ਕਰਾਂਗੇ ਕਿ 49.5 ਨੂੰ 52.5 ਨਾਲ ਐਡ ਕਰਕੇ ਫਿਰ 2 ਨਾਲ ਨਹੀਂ। ਸੋ ਆਪਾਂ ਸਿੱਧੀ ਜੀ ਗੱਲ ਹੈ ਇਹ ਵਾਲੀ ਕਲਾਸ ਇੰਟਰਵਲ ਦਾ ਹੀ ਮਿਡ ਪੁਆਇੰਟ ਕੱਢ ਲਾਂਗੇ, ਠੀਕ ਹੈ। ਸੋ 50 ਹੁਣ ਦੇਖੋ ਆਹ 50 ਹੈ ਤੇ ਆਹ 52 ਹੈ, ਤਾਂ ਸਿੱਧੀ ਜੀ ਗੱਲ ਹੈ ਵਿੱਚ ਸੈਂਟਰ 'ਚ ਕੌਣ ਆ ਰਿਹਾ 51 ਆ ਰਿਹਾ। ਸੋ ਇਹਦਾ ਮਿਡ ਪੁਆਇੰਟ 51, ਇਹਦਾ ਮਿਡ ਪੁਆਇੰਟ 54, 56 ਤੇ 58 ਦੇ ਵਿਚਕਾਰ 57, 59 ਔਰ 61 ਦੇ ਵਿਚਕਾਰ ਕੌਣ ਆਏਗਾ 60 ਔਰ 62 ਐਂਡ 64 ਦੇ ਵਿਚਕਾਰ ਕੌਣ ਆਏਗਾ ਆਪਣੇ ਕੋਲੇ 63 ਆਏਗਾ, ਠੀਕ ਹੈ ਜੀ। ਹੁਣ ਦੇਖੋ ਸਾਰਾ ਕੁਝ ਸੇਮ ਹੈ, ਤੁਹਾਨੂੰ ਪਤਾ ਹੈ ਆ ਮੈਂ ਕੱਢ ਦਿੰਦੀ ਹਾਂ, ਤੁਹਾਨੂੰ ਪਤਾ ਹੈ ਮੀਨ ਕੱਢਣ ਦਾ ਫਾਰਮੂਲਾ ਕੀ ਹੈ ਬੇਸਿਕਲੀ ਸਮੇਸ਼ਨ ਐਫ ਐਕਸ ਅਪੋਨ ਸਮੇਸ਼ਨ ਐਫ, ਜਾਂ ਤੁਸੀਂ ਇਹਨੂੰ ਐਨ ਲਿਖ ਸਕਦੇ ਹੋ, ਕੁਝ ਵੀ ਲਿਖ ਸਕਦੇ ਹੋ। ਹੁਣ ਐਫ ਐਕਸ ਆਪਾਂ ਕੱਢੀ ਨਹੀਂ ਅਜੇ ਤੱਕ, ਬੇਸਿਕਲੀ ਮੈਂ ਇੱਥੇ ਮਿਡ ਪੁਆਇੰਟ ਲਿਖਤਾ, ਤੁਸੀਂ ਇਹਨੂੰ ਐਕਸ ਨਾਲ ਰਿਪਰੈਜ਼ੈਂਟ ਕਰ ਸਕਦੇ ਹੋ ਮਿਡ ਪੁਆਇੰਟ। ਵੈਸੇ ਕਈ ਬੁੱਕਸ ਦੇ ਵਿੱਚ ਮਿਡ ਪੁਆਇੰਟ ਹੁੰਦਾ, ਲੇਕਿਨ ਆਪਾਂ ਐਕਸ ਨਾਲ ਕੀਤਾ, ਸੋ ਮੈਂ ਇਹਨੂੰ ਐਕਸ ਨਾਲ ਹੀ ਰਿਪਰੈਜ਼ੈਂਟ ਕਰ ਦਿੰਦੀ ਹਾਂ। ਉਸ ਤੋਂ ਬਾਅਦ ਹੁਣ ਆਪਾਂ ਕੀ ਕਰਨਾ, ਇਸ ਐਫ ਅਤੇ ਇਸ ਐਕਸ ਨੂੰ ਕੀ ਕਰ ਲੈਣਾ, ਮਲਟੀਪਲਾਈ ਕਰ ਲੈਣਾ। ਹੁਣ ਜਦੋਂ ਆਪਾਂ ਇਸ ਐਫ ਐਕਸ ਨੂੰ ਮਲਟੀਪਲਾਈ ਕਰਾਂਗੇ ਸੋ ਆਪਣੇ ਕੋਲੇ ਕਿੰਨਾ ਆ ਜਾਏਗਾ, ਇੱਥੇ ਆ ਜਾਏਗਾ 765, ਮੈਂ ਡਾਇਰੈਕਟ ਵੈਲਿਊਜ਼ ਪੁੱਟ ਕਰ ਦਿੰਦੀ ਹਾਂ, ਠੀਕ ਹੈ। ਫਿਰ ਆਪਣੇ ਕੋਲੇ ਆ ਜਾਏਗਾ 5940, ਫਿਰ ਆ ਜਾਏਗਾ 7695, ਦੈਨ 6900 ਔਰ ਉਸ ਤੋਂ ਬਾਅਦ 1575। ਨੈਕਸਟ ਕੀ ਕਰਨਾ ਹੈ, ਹੁਣ ਐਫ ਐਕਸ ਨੂੰ ਜੋੜ ਕੇ ਲਿਖ ਦੇਣਾ, ਇਹ ਸਾਰੇ ਨੂੰ ਜੋੜੋ, ਆਪਾਂ ਜੋੜ ਕੇ ਲਿਖਾਂਗੇ ਸਮੇਸ਼ਨ ਐਫ ਐਕਸ, ਤਾਂ ਆਪਣੇ ਕੋਲ ਟੋਟਲ ਵੈਲਿਊ ਆ ਜਾਏਗੀ 22875। ਔਰ ਆਪਾਂ ਇੱਧਰ ਐਨ ਫਰੀਕੁਐਂਸੀ ਨੂੰ ਜੋੜ ਲਿਖ ਕੇ ਲਿਖ ਦੇਣਾ, ਐਨ ਆਪਣੇ ਕੋਲੇ ਕਿੰਨਾ ਆ ਜਾਏਗਾ, ਐਨ ਆਪਣੇ ਕੋਲੇ ਆ ਜਾਏਗਾ 400, ਠੀਕ ਹੈ ਜੀ। ਆ ਮੈਂ ਜਲਦੀ ਇਸ ਲਈ ਕਰਾਤਾ ਕਿਉਂਕਿ ਆਪਾਂ ਆਲਰੇਡੀ ਬਹੁਤ ਕੁਝ ਕਰ ਚੁੱਕੇ ਹਾਂ। ਸੋ ਹੁਣ ਦੇਖੋ ਐਫ ਐਕਸ ਦਾ ਸਮੇਸ਼ਨ ਕਿੰਨਾ ਆਇਆ 22875 ਔਰ ਐਨ ਆਪਣੇ ਕੋਲੇ ਕਿੰਨਾ ਆਇਆ 400। ਜਦੋਂ ਆਪਾਂ ਨੇ ਇਹਨੂੰ ਡਿਵਾਈਡ ਕੀਤਾ ਤਾਂ ਆਪਣੇ ਕੋਲੇ ਕਿੰਨਾ ਆ ਜਾਏਗਾ 571875, ਇਹ ਆਪਣਾ ਕੀ ਆ ਜਾਏਗਾ ਜੀ, ਮੀਨ ਆ ਜਾਏਗਾ। ਬਟ ਅਗੇਨ ਆਪਾਂ ਉੱਥੇ ਪੂਰਾ ਲਿਖਣਾ ਹੈ ਕਿ ਆਪਾਂ ਸਮੇਸ਼ਨ ਹੈ ਐਫ ਹੈ ਐਕਸ ਹੈ, ਕਿਉਂਕਿ ਆਪਾਂ ਉੱਥੇ ਐਕਸਪਲੇਨ ਵੀ ਕਰਨੇ ਹੋਣਗੇ, ਠੀਕ ਹੈ ਜੀ। ਸੋ ਦਿਸ ਇਜ਼ ਆਲ, ਆਪਾਂ ਮੀਨ ਕੱਢਣ ਦਾ ਪੂਰਾ ਫਾਰਮੂਲਾ ਦੇਖ ਚੁੱਕੇ ਹਾਂ, ਸਾਰੀਆਂ ਚੀਜ਼ਾਂ ਨਾਲ ਆਪਾਂ ਡੀਲ ਕਰ ਚੁੱਕੇ ਹਾਂ। ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਆਪਣਾ ਜਿਹੜਾ ਹੈਗਾ ਮੀਨ ਕੰਪਲੀਟ ਕਰ ਚੁੱਕੇ ਹਾਂ। ਨੈਕਸਟ ਵੀਡੀਓ ਦੇ ਵਿੱਚ ਆਪਾਂ ਮੀਡੀਅਨ ਐਂਡ ਮੋਡ ਦੇ ਨਾਲ ਡੀਲ ਕਰਾਂਗੇ। ਆਈ ਹੋਪ ਦੈਟ ਯੂ ਲਾਈਕ ਇਟ, ਐਂਡ ਇਫ ਯੂ ਲਾਈਕ ਇਟ ਦੈਨ ਪਲੀਜ਼ ਡੋਂਟ forget to like give your feedback in the comment section, because ਮੈਨੂੰ ਅੱਛੀ ਲੱਗਦੀ ਹੈ। I don't like the likes or subscribe ਮੈਂ ਨਹੀਂ ਕਦੀ ਕਹਿੰਦੀ, but don't forget to give your feedback in the comment section. Thank you so much everyone and all the best for your exams.